ਹੈਲੋ ਦੋਸਤੋ, ਮੈਂ ਇਕਬਾਲ ਸਿੰਘ ਹੰਸ ਕੋਚਿੰਗ ਤੋਂ। ਅੱਜ ਆਪਾਂ ਟੌਪਿਕ ਲੈ ਕੇ ਆਏ ਹਾਂ ਟੈਂਸਿਸ ਇਨ ਇੰਗਲਿਸ਼ ਗ੍ਰਾਮਰ। ਇੰਗਲਿਸ਼ ਗ੍ਰਾਮਰ ਵਿੱਚ ਜਿਹੜੇ ਟੈਂਸਿਸ ਹੁੰਦੇ ਨੇ ਉਹਨਾਂ ਬਾਰੇ ਅੱਜ ਗੱਲ ਕਰਾਂਗੇ। ਜਦੋਂ ਆਪਾਂ ਇੰਗਲਿਸ਼ ਵਿੱਚ ਸੈਂਟੈਂਸ ਫਾਰਮ ਕਰਦੇ ਹਾਂ ਕੋਈ ਵੀ, ਤਾਂ ਟਾਈਮ ਦੇ ਹਿਸਾਬ ਨਾਲ ਅਲੱਗ-ਅਲੱਗ ਵਰਬ ਦੀਆਂ ਫਾਰਮਾਂ ਯੂਜ਼ ਕਰਦੇ ਹਾਂ। ਕਿਹੜੇ ਟਾਈਮ ਤੇ ਕਿਹੜੀ ਵਰਬ ਦੀ ਕਿਹੜੀ ਫਾਰਮ ਯੂਜ਼ ਕਰਨੀ ਹੈ ਉਹ ਸਾਨੂੰ ਟੈਂਸਿਸ ਦੇ ਰੂਲਸ ਤੋਂ ਪਤਾ ਲੱਗਦਾ ਹੈ। ਤਾਂ ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਟਾਈਮ ਦੇ ਹਿਸਾਬ ਨਾਲ ਟੈਂਸਿਸ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਪ੍ਰੈਜ਼ੈਂਟ ਟੈਂਸ, ਜਿਹੜਾ ਸਮਾਂ ਹੁਣ ਚੱਲ ਰਿਹਾ ਹੈ। ਦੂਸਰਾ ਪਾਸਟ ਟੈਂਸ, ਜਿਹੜਾ ਸਮਾਂ ਬੀਤ ਚੁੱਕਿਆ ਹੈ। ਤੇ ਤੀਸਰਾ ਫਿਊਚਰ ਟੈਂਸ, ਜਿਹੜਾ ਸਮਾਂ ਅਜੇ ਆਏਗਾ। ਪ੍ਰੈਜ਼ੈਂਟ ਟੈਂਸ ਕੀ ਹੈ? ਪ੍ਰੈਜ਼ੈਂਟ ਟੈਂਸ ਐਕਸਪ੍ਰੈਸਿਸ ਐਨ ਅਨਚੇਂਜਿੰਗ ਰਿਪੀਟਿਡ ਰੀਅਕਰਿੰਗ ਐਕਸ਼ਨ ਔਰ ਸਿਚੁਏਸ਼ਨ that is habitually performed, currently going on or generally exists. Present tense express करता है कोई भी situation ਜਿਹੜੀ unchanging change नहीं हो रही, बार-बार repeat हो रही है या फिर habit ਦੇ ਹਿਸਾਬ ਨਾਲ perform ਕੀਤੀ ਜਾਂਦੀ ਹੈ। ਇਸ time currently ਲਗਾਤਾਰ ਚੱਲ ਰਹੀ ਹੈ ਜਾਂ ਫਿਰ ਆਮ ਤੌਰ ਤੇ exist ਕਰਦੀ ਹੈ। ਇਹੋ ਜਿਹੀ situation ਨੂੰ ਆਪਾਂ present tense ਦੇ ਵਿੱਚ express ਕਰਦੇ ਹਾਂ। It can also represent a widespread truth, ਜਿਹੜਾ ਯੂਨੀਵਰਸਲ ਟਰੂਥ ਹੁੰਦੇ ਨੇ, ਅਟਲ ਸੱਚਾਈਆਂ, ਜਿਵੇਂ ਸੂਰਜ ਪੂਰਬ ਤੋਂ ਨਿਕਲਦਾ ਹੈ ਜਾਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਇਹ ਸੱਚਾਈਆਂ ਜਿਹੜੀਆਂ, ਇਹਨਾਂ ਨੂੰ ਵੀ ਆਪਾਂ ਯੂਨੀਵਰਸਲ ਟਰੂਥ ਨੂੰ ਆਪਾਂ ਪ੍ਰੈਜ਼ੈਂਟ ਟੈਂਸ ਵਿੱਚ ਹੀ ਐਕਸਪ੍ਰੈਸ ਕਰਦੇ ਹਾਂ। ਪ੍ਰੈਜ਼ੈਂਟ ਟੈਂਸ ਨੂੰ ਫਰਦਰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ: ਪ੍ਰੈਜ਼ੈਂਟ ਇੰਡੈਫਿਨਿਟ ਟੈਂਸ, ਪ੍ਰੈਜ਼ੈਂਟ ਕੰਟੀਨਿਊਸ ਟੈਂਸ, present perfect tense ਤੇ present perfect continuous tense। ਸਭ ਤੋਂ ਪਹਿਲਾਂ present indefinite tense। present indefinite tense ਜਾਂ ਫਿਰ simple present is used to describe an action, an event or condition that is occurring in the present, happens regularly or occurs in routine, is sort of habit। simple present ਜਾਂ present indefinite ਨੂੰ ਇਸ ਤਰ੍ਹਾਂ ਡਿਸਕ੍ਰਾਈਬ ਕਰਦੇ ਹਾਂ ਕਿ ਕੋਈ ਵੀ ਐਕਸ਼ਨ, ਇਵੈਂਟ ਜਾਂ ਕੰਡੀਸ਼ਨ ਜਿਹੜੀ ਇਸ ਪ੍ਰੈਜ਼ੈਂਟ ਸਮੇਂ ਵਿੱਚ ਹੁੰਦੀ ਹੈ, ਰੈਗੂਲਰ ਵੇ ਨਾਲ, ਰੂਟੀਨ ਵਿੱਚ ਜਾਂ ਇੱਕ ਹੈਬਿਟ ਦੇ ਹਿਸਾਬ ਨਾਲ ਪਰਫਾਰਮ ਕੀਤੀ ਜਾਂਦੀ ਹੈ। It describes an action but do not state whether the action is finished। ਇਹ ਐਕਸ਼ਨ ਨੂੰ ਡਿਸਕ੍ਰਾਈਬ ਤਾਂ ਕਰਦੀ ਹੈ ਪਰ ਇਹ ਨਹੀਂ ਦੱਸਦੀ ਕਿ ਐਕਸ਼ਨ ਫਿਨਿਸ਼ ਹੋ ਗਿਆ ਜਾਂ ਨਹੀਂ, ਸਮਾਪਤ ਹੋ ਗਿਆ, ਕੰਪਲੀਟ ਹੋਇਆ ਜਾਂ ਨਹੀਂ। ਇਹ ਪਤਾ ਨਹੀਂ ਲੱਗਦਾ ਇਸ ਤੋਂ। ਰੂਲ ਕੀ ਹੈ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਦਾ? ਫਸਟ ਫਾਰਮ ਆਫ ਵਰਬ ਯੂਜ਼ ਕਰਦੇ ਹਾਂ ਆਪਾਂ ਇਹਦੇ ਵਿੱਚ, ਤੇ ਇੱਕ ਕੰਡੀਸ਼ਨ ਦੇ ਹਿਸਾਬ ਨਾਲ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਲਾਉਂਦੇ ਆ। ਕਦੋਂ ਲਾਉਂਦੇ ਆ ਅੱਗੇ ਸਮਝਾਂਗੇ ਆਪਾਂ। ਐਗਜ਼ਾਮਪਲਸ ਦੇਖੀਏ। ਆਈ ਪਲੇ ਫੁੱਟਬਾਲ, ਮੈਂ ਫੁੱਟਬਾਲ ਖੇਡਦਾ ਹਾਂ। ਉਹ ਟੈਨਿਸ ਖੇਡਦਾ ਹੈ ਜਾਂ ਖੇਡਦੀ ਹੈ। ਹੀ ਪਲੇਜ਼ ਟੈਨਿਸ ਜਾਂ ਸ਼ੀ ਪਲੇਜ਼ ਟੈਨਿਸ। ਆਪਾਂ ਆਈ ਨਾਲ ਪਲੇ ਲਗਾਇਆ, ਹੀ ਜਾਂ ਸ਼ੀ ਨਾਲ ਪਲੇਜ਼ ਐਸ ਲਗਾ ਦਿੱਤਾ। ਆਈ ਡੂ ਨਾਟ ਪਲੇ ਫੁੱਟਬਾਲ, ਮੈਂ ਫੁੱਟਬਾਲ ਨਹੀਂ ਖੇਡਦਾ ਹਾਂ। ਔਰ ਹੀ ਜਾਂ ਸ਼ੀ ਡਜ਼ ਨਾਟ ਪਲੇ ਟੈਨਿਸ, ਉਹ ਟੈਨਿਸ ਨਹੀਂ ਖੇਡਦਾ ਹੈ ਜਾਂ ਖੇਡਦੀ ਹੈ। ਇੱਥੇ ਡੂ ਨਾਟ ਲਗਾਇਆ ਨੈਗੇਟਿਵ ਦੇ ਵਿੱਚ, ਇੱਥੇ ਡਜ਼ ਨਾਟ। ਕਿਉਂ? ਕਿਉਂਕਿ ਜਿਹੜਾ ਸਬਜੈਕਟ ਹੈ ਇੱਥੇ ਥਰਡ ਪਰਸਨ ਸਿੰਗੂਲਰ ਕੱਲਾ ਹੈ। ਥਰਡ ਪਰਸਨ ਵੀ ਹੈ, ਸਿੰਗੂਲਰ। ਡੂ ਆਈ ਪਲੇ ਫੁੱਟਬਾਲ, ਕੀ ਮੈਂ ਫੁੱਟਬਾਲ ਖੇਡਦਾ ਹਾਂ। ਡਜ਼ ਹੀ ਪਲੇ ਟੈਨਿਸ, ਕੀ ਉਹ ਟੈਨਿਸ ਖੇਡਦਾ ਹੈ, ਜਾਂ ਡਜ਼ ਸ਼ੀ ਪਲੇ ਟੈਨਿਸ। ਹੁਣ ਐਸ ਔਰ ਈਐਸ ਵਰਬ ਦੇ ਨਾਲ ਆਪਾਂ ਉਦੋਂ ਲਾਉਂਦੇ ਹਾਂ ਜਦੋਂ ਸਬਜੈਕਟ ਜਿਹੜਾ ਹੈ ਥਰਡ ਪਰਸਨ ਸਿੰਗੂਲਰ ਹੋਵੇ। ਇਹ ਥਰਡ ਪਰਸਨ ਸਿੰਗੂਲਰ ਕੀ ਹੈ ਤਾਂ ਉਹ ਸਮਝਦੇ ਹਾਂ। ਜਦੋਂ ਕੋਈ ਬੰਦਾ ਗੱਲ ਕਰ ਰਿਹਾ ਹੈ ਤਾਂ ਜਦੋਂ ਆਪਣੇ ਬਾਰੇ ਗੱਲ ਕਰੇਗਾ, ਉਹ ਆਪਣੇ ਆਪ ਨੂੰ ਆਈ ਜਾਂ ਵੀ ਕਹੇਗਾ ਤੇ ਉਹ ਫਸਟ ਪਰਸਨ ਹੋਏਗਾ। ਜਿਸ ਨਾਲ ਗੱਲ ਚੱਲ ਰਹੀ ਹੈ ਉਸਨੂੰ ਯੂ ਕਹੇਗਾ, ਯੂ, ਉਹ ਸੈਕੰਡ ਪਰਸਨ ਹੈ। ਬਾਕੀ ਸਾਰੇ ਥਰਡ ਪਰਸਨ, ਹੀ, ਸ਼ੀ, ਇਟ, ਦੇ, ਰਵੀ ਜਾਂ ਹੋਰ ਕੋਈ ਵੀ, ਉਹ ਸਾਰੇ ਥਰਡ ਪਰਸਨ। ਤੇ ਜੇ ਸਬਜੈਕਟ ਥਰਡ ਪਰਸਨ ਵੀ ਹੋਵੇ ਤੇ ਕੱਲਾ ਹੋਵੇ,
ਸਿੰਗੂਲਰ ਤਾਂ ਆਪਾਂ ਵਰਬ ਦੀ ਫਰਸਟ ਫਾਰਮ ਦੇ ਨਾਲ s ਜਾਂ es ਲਾਵਾਂਗੇ। ਕਦੋਂ? ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ। ਥਰਡ ਪਰਸਨ ਸਿੰਗੂਲਰ s ਜਾਂ es ਵਰਬ ਦੀ ਫਰਸਟ ਫਾਰਮ ਦੇ ਨਾਲ। he goes for a walk daily। ਹੁਣ he ਥਰਡ ਪਰਸਨ ਹੈ ਤੇ ਕੱਲਾ ਵੀ, ਇਸ ਕਰਕੇ goes। they go for a walk daily। ਹੁਣ they ਥਰਡ ਪਰਸਨ ਤਾਂ ਹੈ ਪਰ ਕੱਲਾ ਨਹੀਂ ਹੈ, they ਇੱਕ ਤੋਂ ਜ਼ਿਆਦਾ ਨੇ, ਇਸ ਕਰਕੇ go ਆਪਾਂ ses ਨਹੀਂ ਲਾਇਆ। they go for a walk daily। ਅਗਲਾ ਟੈਂਸ ਹੈ present continuous tense। The present continuous emphasizes the continuing nature of an act, event, or condition. It describes an unfinished action। Present continuous ਜਿਹੜਾ ਹੈ ਇੱਕ ਲਗਾਤਾਰ ਕੋਈ ਕੰਮ ਚੱਲ ਰਿਹਾ ਹੈ, ਕੋਈ ਐਕਟ, ਇਵੈਂਟ ਜਾਂ ਕੰਡੀਸ਼ਨ ਜਿਹੜੀ ਹੈ ਲਗਾਤਾਰ ਐਗਜ਼ਿਸਟ ਕਰ ਰਹੀ ਹੈ, ਤਾਂ ਉਸ ਨੂੰ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ ਐਕਸਪ੍ਰੈਸ ਕਰਦੇ ਹਾਂ। ਇਹ ਅਨਫਿਨਿਸ਼ਡ ਐਕਸ਼ਨ ਨੂੰ ਡਿਸਕ੍ਰਾਈਬ ਕਰਦਾ ਹੈ। ਕੋਈ ਵੀ ਐਕਸ਼ਨ ਜਿਹੜਾ ਅਜੇ ਫਿਨਿਸ਼ ਨਹੀਂ ਹੋਇਆ, ਚੱਲ ਰਿਹਾ ਹੈ, ਉਸ ਨੂੰ ਡਿਸਕ੍ਰਾਈਬ ਕਰਦਾ ਹੈ। ਰੂਲਸ ਕੀ ਨੇ? ਇਹਦੇ ਵਿੱਚ is, am ਜਾਂ are ਲੱਗਦਾ ਹੈ ਤੇ ਵਰਬ ਦੀ ਫਰਸਟ ਫਾਰਮ ਦੇ ਨਾਲ ing ਲਾਉਣੇ ਆਪਾਂ। ਐਗਜ਼ਾਮਪਲਸ ਦੇਖਦੇ ਹਾਂ। ਮੈਂ ਖੇਡ ਰਿਹਾ ਹਾਂ, I am playing, is, am, are ਤੇ ing। ਉਹ ਖੇਡ ਰਿਹਾ ਹੈ ਜਾਂ ਖੇਡ ਰਹੀ ਹੈ, he is playing ਜਾਂ she is playing। ਉਹ ਖੇਡ ਰਹੇ ਹਨ, they are playing। ਮੈਂ ਫੁੱਟਬਾਲ ਖੇਡ ਰਿਹਾ ਹਾਂ, I am playing football। ਉਹ ਸਾਡੇ ਨਾਲ ਨਹੀਂ ਖੇਡ ਰਿਹਾ ਹੈ, he is not playing with us। ਹੁਣ ਨੈਗੇਟਿਵ ਦੇ ਵਿੱਚ is, am, are ਦੇ ਨਾਲ not ਲਗਾ ਦਿੱਤਾ, ਬਾਕੀ ਫਸਟ ਫਾਰਮ ਦੇ ਨਾਲ ing। Are they also playing the same game? ਕਿ ਉਹ ਇਹੋ ਗੇਮ ਖੇਡ ਰਹੇ ਹਨ। ਹੁਣ is, am, are ਸਟਾਰਟਿੰਗ ਵਿੱਚ ਆ ਗਿਆ ਤਾਂ ਕੁਐਸਚਨ ਬਣ ਗਿਆ। Present perfect tense। The present perfect tense is used to describe action that began in the past and continues into the present and has just been completed। It describes a finished action। Present perfect tense describe ਕਰਦਾ ਹੈ ਇਹੋ ਜਿਹੇ ਐਕਸ਼ਨ ਨੂੰ ਜਿਹੜਾ ਪਾਸਟ ਵਿੱਚ ਬੀਤੇ ਹੋਏ ਸਮੇਂ ਵਿੱਚ ਸ਼ੁਰੂ ਹੋਇਆ ਤੇ ਹੁਣ ਪ੍ਰੈਜ਼ੈਂਟ ਵਿੱਚ ਵੀ ਚੱਲ ਰਿਹਾ ਸੀ ਤੇ ਹੁਣ ਜਸਟ ਫਿਨਿਸ਼ ਹੋਇਆ ਹੈ, ਹੁਣੇ ਹੀ ਸਮਾਪਤ ਹੋਇਆ ਹੈ, ਤਾਂ ਉਸ ਨੂੰ ਆਪਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਵਿੱਚ ਡਿਸਕ੍ਰਾਈਬ ਕਰਦੇ ਹਾਂ। ਰੂਲਸ ਕੀ ਨੇ? ਹੈਜ਼, ਹੈਵ ਤੇ ਵਰਬ ਦੀ ਥਰਡ ਫਾਰਮ। ਹੈਜ਼ ਉਦੋਂ ਲਾਉਂਦੇ ਹਾਂ ਜਦੋਂ ਆਪਾਂ ਸਬਜੈਕਟ ਜਿਹੜਾ ਥਰਡ ਪਰਸਨ ਸਿੰਗੂਲਰ ਕੱਲਾ ਹੋਵੇ, ਤੇ ਬਾਕੀ ਸਾਰੇ ਨਾਲ ਹੈਵ ਲਗਾਉਂਦੇ ਆਪਾਂ। ਐਗਜ਼ਾਮਪਲਸ ਦੇਖਦੇ ਹਾਂ। ਮੈਂ ਇੱਕ ਮੈਚ ਖੇਡਿਆ ਹਾਂ, I have played a match। ਉਸਨੇ ਇੱਕ ਗੇਮ ਖੇਡੀ ਹੈ, he has played a game ਜਾਂ she has played a game। ਮੈਂ ਟਿਕਟਾਂ ਖਰੀਦੀਆਂ ਹਨ, I have purchased the tickets। has, have ਤੇ ਥਰਡ ਫਾਰਮ। he, she ਦੇ ਨਾਲ ਕਿਉਂਕਿ ਥਰਡ ਪਰਸਨ ਸਿੰਗੂਲਰ ਹੈ, ਇਸ ਕਰਕੇ has। I ਨਾਲ have ਲਗਾਇਆ ਤੇ ਆਪਾਂ ਬਾਕੀ ਨਾਲ ਵੀ have ਲਗਾਵਾਂਗੇ, ਪਰ ਸਿਰਫ ਥਰਡ ਪਰਸਨ ਸਿੰਗੂਲਰ ਹੋਏਗਾ ਤਾਂ ਆਪਾਂ has ਲਗਾਵਾਂਗੇ। ਉਸਨੇ ਅਜਿਹਾ ਨਹੀਂ ਕੀਤਾ, he has not done so। has, have ਦੇ ਨਾਲ not ਲਗਾਤਾ ਤਾਂ ਨੈਗੇਟਿਵ ਸੈਂਟੈਂਸ ਬਣ ਗਿਆ। ਕੀ ਤੁਸੀਂ ਆਪਣਾ ਘਰ ਦਾ ਕੰਮ ਕੀਤਾ ਹੈ? Have you done your homework? has, have ਸਟਾਰਟਿੰਗ ਵਿੱਚ ਆ ਗਿਆ ਤਾਂ ਕੁਐਸਚਨ ਬਣ ਗਿਆ। ਕੀ ਤੁਸੀਂ ਰਾਧਾ ਨੂੰ ਕੋਈ ਪੱਤਰ ਲਿਖਿਆ ਹੈ? Have you written any letter to Radha? Present perfect continuous tense। The present perfect continuous tense is used to describe an action, event, or condition that has begun in the past and continues into the present। ਕੋਈ ਵੀ ਐਕਸ਼ਨ ਜਾਂ ਕੰਡੀਸ਼ਨ ਜਿਹੜੀ ਕਿ ਪਾਸਟ ਵਿੱਚ ਸ਼ੁਰੂ ਹੋਈ ਤੇ ਪ੍ਰੈਜ਼ੈਂਟ ਵਿੱਚ ਵੀ ਚੱਲ ਰਹੀ ਹੈ। ਪਾਸਟ ਵਿੱਚ ਸ਼ੁਰੂ ਹੋਈ, ਪ੍ਰੈਜ਼ੈਂਟ ਵਿੱਚ ਵੀ ਅਜੇ ਫਿਨਿਸ਼ ਨਹੀਂ ਹੋਈ, ਚੱਲ ਰਹੀ ਹੈ ਲਗਾਤਾਰ, ਤਾਂ ਉਸ ਨੂੰ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦੇ ਵਿੱਚ ਡਿਸਕ੍ਰਾਈਬ ਕਰਦੇ ਹਾਂ। ਇਸ ਦੇ ਵਿੱਚ ਹੈਵ ਬੀਨ ਤੇ ਹੈਜ਼ ਬੀਨ ਤੇ ਫਸਟ ਫਾਰਮ ਦੇ ਨਾਲ ਵਰਬ ਦੀ ing। ਵਰਬ ਦੀ ਫਸਟ ਫਾਰਮ ਨਾਲ ing, ਹੈਜ਼ ਬੀਨ ਤੇ ਹੈਵ ਬੀਨ। ਐਗਜ਼ਾਮਪਲ ਲੈਣੇ ਹਾਂ।
I have been playing since 2 o'clock. या you have been playing since 2 o'clock. He has been playing for 2 hours. They have been playing since morning. Has have ਤੇ verb ਦੀ first form ਦੇ ਨਾਲ ing. ਇਸ ਦੇ ਨਾਲ ਆਪਾਂ since ਤੇ for ਲਗਾਉਂਦੇ ਹਾਂ। since ਕਦੋਂ ਲਾਉਣਾ ਹੈ, for ਕਦੋਂ ਲਾਉਣਾ ਹੈ, ਆਓ ਦੇਖਦੇ ਹਾਂ। ਐਗਜ਼ਾਮਪਲਸ ਦੇਖਦੇ ਹਾਂ ਆਪਾਂ। I have been working on this project since Monday. ਮੈਂ ਇਸ ਪ੍ਰੋਜੈਕਟ ਤੇ ਸੋਮਵਾਰ ਤੋਂ ਕੰਮ ਕਰ ਰਿਹਾ ਹਾਂ। ਹੁਣ since ਲਗਾਇਆ ਮੰਡੇ ਦੇ ਨਾਲ ਕਿਉਂਕਿ ਇਹ ਜਿਹੜਾ ਸਟਾਰਟਿੰਗ ਪੁਆਇੰਟ ਦਿੱਤਾ ਹੈ, ਕੰਮ ਜਦੋਂ ਸ਼ੁਰੂ ਹੋਇਆ ਉਸ ਦਾ ਸਟਾਰਟਿੰਗ ਪੁਆਇੰਟ ਜੇ ਦਿੱਤਾ ਹੈ ਤਾਂ ਆਪਾਂ since ਲਾਵਾਂਗੇ। ਤੇ ਜੇ ਸਾਨੂੰ ਟਾਈਮ ਪੀਰੀਅਡ ਦਿੱਤਾ ਹੈ, ਸਮੇਂ ਦੀ ਜਿਹੜੀ ਮਿਆਦ ਹੈ ਉਹ ਦਿੱਤੀ ਹੈ, ਟਾਈਮ ਪੀਰੀਅਡ, ਤਾਂ ਆਪਾਂ for ਲਗਾਵਾਂਗੇ। ਜਿਵੇਂ ਪਿਛਲੇ 2 ਦਿਨ ਤੋਂ, ਤਾਂ ਇਹ ਸਟਾਰਟਿੰਗ ਪੁਆਇੰਟ ਨਹੀਂ ਹੈ, ਟਾਈਮ ਪੀਰੀਅਡ ਹੈ, ਇਸ ਕਰਕੇ for last 2 days। 3 ਵਜੇ ਤੋਂ ਕਹਾਂਗੇ ਤਾਂ since 3 o'clock। ਜੇ 3 ਘੰਟੇ ਤੋਂ ਕਹਾਂਗੇ ਤਾਂ for 3 hours। 1999 ਤੋਂ since 1999। 5 ਸਾਲਾਂ ਤੋਂ ਤਾਂ for 5 years। ਜੇ ਸਟਾਰਟਿੰਗ ਪੁਆਇੰਟ ਦਿੱਤਾ ਹੈ ਤਾਂ ਆਪਾਂ since ਲਗਾਵਾਂਗੇ, ਤੇ ਜੇ ਟਾਈਮ ਪੀਰੀਅਡ ਦਿੱਤਾ ਹੈ ਤਾਂ for ਲਗਾਵਾਂਗੇ। ਜਦੋਂ ਟਾਈਮ ਪੀਰੀਅਡ ਸਮਾਂ ਅੰਤਰਾਲ ਦਿੱਤਾ ਗਿਆ ਫਿਰ for ਲਗਾਵਾਂਗੇ, ਪਰ ਜਦੋਂ ਸਟਾਰਟਿੰਗ ਪੁਆਇੰਟ ਸ਼ੁਰੂ ਕਰਨ ਦਾ ਸਮਾਂ ਦਿੱਤਾ ਗਿਆ ਤਾਂ since ਲਗਾਵਾਂਗੇ। ਪਾਸਟ ਟੈਂਸ ਸ਼ੁਰੂ ਕਰਦੇ ਹਾਂ। Past tense expresses an action or situation that was started and finished in the past. ਕੋਈ ਵੀ ਐਕਸ਼ਨ ਜਾਂ ਸਿਚੁਏਸ਼ਨ ਜਿਹੜੀ ਬੀਤੇ ਹੋਏ ਸਮੇਂ ਵਿੱਚ ਸ਼ੁਰੂ ਹੋਈ ਤੇ ਬੀਤੇ ਹੋਏ ਸਮੇਂ ਵਿੱਚ ਹੀ ਫਿਨਿਸ਼ ਹੋ ਗਈ, ਉਸ ਨੂੰ ਪਾਸਟ ਟੈਂਸ ਦੇ ਵਿੱਚ ਐਕਸਪ੍ਰੈਸ ਕਰਦੇ ਹਾਂ। ਇਸ ਨੂੰ ਵੀ 4 ਭਾਗਾਂ ਵਿੱਚ ਵੰਡਿਆ ਗਿਆ ਹੈ: ਪਾਸਟ ਇੰਡੈਫਿਨਿਟ ਟੈਂਸ, ਪਾਸਟ ਕੰਟੀਨਿਊਸ ਟੈਂਸ, ਪਾਸਟ ਪਰਫੈਕਟ ਟੈਂਸ ਤੇ ਪਾਸਟ ਪਰਫੈਕਟ ਕੰਟੀਨਿਊਸ ਟੈਂਸ। Past indefinite tense. Past indefinite tense या simple past is used to describe an action, event or condition that occurred in the past. कोई भी action, event या condition ਜਿਹੜੀ past ਵਿੱਚ ਬੀਤੇ ਹੋਏ ਸਮੇਂ ਵਿੱਚ ਹੋਈ, ਉਸ ਨੂੰ ਆਪਾਂ simple past ਵਿੱਚ describe ਕਰਾਂਗੇ। ਰੂਲਸ ਕੀ ਕਹਿੰਦੇ ਨੇ? ਇਸ ਦੇ ਵਿੱਚ second form of verb use ਕਰਨੀ ਹੈ ਆਪਾਂ, verb ਦੀ ਦੂਜੀ form। ਨੈਗੇਟਿਵ ਸੈਂਟੈਂਸ ਹੋਏਗਾ ਤਾਂ did not ਲਾਵਾਂਗੇ ਆਪਾਂ। ਇੰਟਰੋਗੇਟਿਵ ਹੋਏਗਾ ਤਾਂ did ਜਿਹੜਾ ਹੈ ਸਟਾਰਟਿੰਗ ਵਿੱਚ ਆ ਜਾਏਗਾ। ਪਰ ਜਦੋਂ ਆਪਾਂ did ਯੂਜ਼ ਕਰਦੇ ਹਾਂ ਨੈਗੇਟਿਵ ਵਿੱਚ ਜਾਂ ਇੰਟਰੋਗੇਟਿਵ ਸੈਂਟੈਂਸ ਦੇ ਵਿੱਚ, ਤਾਂ ਆਪਾਂ ਵਰਬ ਦੀ ਫਰਸਟ ਫਾਰਮ ਲਾਵਾਂਗੇ, ਸੈਕੰਡ ਫਾਰਮ ਨਹੀਂ। ਸਿੰਪਲ ਸੈਂਟੈਂਸ ਹੋਏਗਾ ਤਾਂ ਸੈਕੰਡ ਫਾਰਮ ਆਫ ਵਰਬ, ਜੇ ਨੈਗੇਟਿਵ ਜਾਂ ਇੰਟਰੋਗੇਟਿਵ ਸੈਂਟੈਂਸ ਹੋਏਗਾ ਤਾਂ did ਦੇ ਨਾਲ ਫਰਸਟ ਫਾਰਮ ਆਫ ਵਰਬ ਲੱਗੇਗੀ। ਐਗਜ਼ਾਮਪਲਸ ਦੇਖਦੇ ਹਾਂ। ਆਵਰ ਟੀਮ ਪਲੇਡ ਏ ਕ੍ਰਿਕਟ ਮੈਚ ਯੈਸਟਰਡੇ। ਸਾਡੀ ਟੀਮ ਨੇ ਕੱਲ ਇੱਕ ਕ੍ਰਿਕਟ ਮੈਚ ਖੇਡਿਆ। ਪਲੇਡ ਸੈਕੰਡ ਫਾਰਮ ਆਫ ਵਰਬ। ਉਸਨੇ ਪਿਛਲੇ ਐਤਵਾਰ ਚੈਸ ਦੀ ਗੇਮ ਨਹੀਂ ਖੇਡੀ। ਸ਼ੀ ਡਿਡ ਨਾਟ ਪਲੇ ਅ ਚੈਸ ਗੇਮ ਲਾਸਟ ਸੰਡੇ। ਹੁਣ ਡਿਡ ਨੈਗੇਟਿਵ ਸੈਂਟੈਂਸ ਹੈ, ਡਿਡ ਨਾਟ ਆ ਗਿਆ ਤਾਂ ਪਲੇ, ਪਲੇਡ ਨਹੀਂ ਲਾਇਆ ਆਪਾਂ। ਸਿੰਪਲ ਸੈਂਟੈਂਸ ਦੇ ਵਿੱਚ ਸੈਕੰਡ ਫਾਰਮ ਪਲੇਡ, ਤੇ ਨੈਗੇਟਿਵ ਜਾਂ ਇੰਟਰੋਗੇਟਿਵ ਸੈਂਟੈਂਸ ਦੇ ਵਿੱਚ ਡਿਡ ਨਾਟ ਡਿਡ ਲਗਾ ਕੇ ਫਰਸਟ ਫਾਰਮ ਪਲੇ। ਸ਼ੀ ਡਿਡ ਨਾਟ ਪਲੇ ਚੈਸ ਗੇਮ ਲਾਸਟ ਸੰਡੇ। ਕੀ ਤੁਸੀਂ ਉਹਨਾਂ ਨਾਲ ਖੇਡੇ ਸੀ? ਡਿਡ ਯੂ ਪਲੇ ਵਿਦ them? ਡਿਡ the first form, interrogative question ਵਾਲਾ sentence, did you play with them? No, I didn't. ਨਹੀਂ, ਮੈਂ ਨਹੀਂ ਖੇਡਿਆ। ਮੈਂ ਇੱਕ ਪੱਤਰ ਲਿਖਿਆ। I wrote a letter. ਉਸਨੇ ਇੱਕ ਪੱਤਰ ਨਹੀਂ ਲਿਖਿਆ। He did not write a letter. I wrote, he did not write a letter. ਕੀ ਤੁਸੀਂ ਉਸਨੂੰ ਪੱਤਰ ਲਿਖਿਆ ਸੀ? Did you write him a letter? Did ਤੇ write. Past continuous tense. The past continuous tense is used to describe actions ongoing in the past. ਜਿਹੜੇ ਐਕਸ਼ਨ ਲਗਾਤਾਰ ਚੱਲ ਰਹੇ ਸੀ ਪਾਸਟ ਦੇ ਵਿੱਚ, ਬੀਤੇ ਹੋਏ ਸਮੇਂ ਵਿੱਚ, ਉਸ ਨੂੰ ਆਪਾਂ ਪਾਸਟ ਕੰਟੀਨਿਊਸ ਟੈਂਸ ਦੇ ਵਿੱਚ ਡਿਸਕ੍ਰਾਈਬ ਕਰਾਂਗੇ। ਰੂਲਸ ਕੀ ਨੇ? ਵਾਜ਼ ਵਰਬ ਤੇ ਵਰਬ ਦੀ ਫਰਸਟ ਫਾਰਮ ਦੇ ਨਾਲ ing। ਵਾਜ਼
ਜਦੋਂ ਸਿੰਗੂਲਰ ਸਬਜੈਕਟ ਹੋਏਗਾ ਤਾਂ were ਜਦੋਂ ਪਲੂਰਲ ਹੋਣਗੇ ਤੇ you ਨੂੰ ਹਮੇਸ਼ਾ ਆਪਾਂ ਪਲੂਰਲ ਮੰਨਦੇ ਹਾਂ। ਐਗਜ਼ਾਮਪਲਸ ਦੇਖਦੇ ਹਾਂ। ਮੈਂ ਕੱਲ ਫੁੱਟਬਾਲ ਖੇਡ ਰਿਹਾ ਸੀ। I was playing football yesterday. was worth ing। ਉਹ ਸਾਡੇ ਨਾਲ ਨਹੀਂ ਖੇਡ ਰਿਹਾ ਸੀ। He was not playing with us। was not playing। ਕੀ ਉਹ ਉਹੀ ਗੇਮ ਖੇਡ ਰਹੇ ਸੀ? Were they also playing the same game? was were ਤੇ ing। were ਪਹਿਲੇ ਆ ਗਿਆ, was were ਤਾਂ ਕੁਐਸਚਨ ਬਣ ਗਿਆ। ਹਾਂ ਉਹ ਸਾਡੇ ਨਾਲ ਖੇਡ ਰਹੇ ਸੀ। Yes, they were playing with us। ਕੀ ਤੁਸੀਂ ਖਰੀਦਦਾਰੀ ਕਰਨ ਜਾ ਰਹੇ ਸੀ? Were you going for shopping? ਉਹ ਕੀ ਪੜ੍ਹ ਰਿਹਾ ਸੀ? What was he reading? was were ing। ਕੀ ਉਹ ਕਿਤਾਬ ਪੜ੍ਹ ਰਿਹਾ ਸੀ? Was he reading a book? ਨਹੀਂ ਉਹ ਕਿਤਾਬ ਨਹੀਂ ਪੜ੍ਹ ਰਿਹਾ ਸੀ। No, he was not reading a book। ਉਹ ਅਖਬਾਰ ਪੜ੍ਹ ਰਿਹਾ ਸੀ। He was reading a newspaper। Past perfect tense। The past perfect tense is used to refer to actions that took place and were completed before another action in the past or before a specific time in the past। ਕੋਈ ਵੀ ਐਕਸ਼ਨ ਜਿਹੜਾ ਪਾਸਟ ਦੇ ਵਿੱਚ ਕੰਪਲੀਟ ਹੋ ਗਿਆ, ਕਿਸੇ ਦੂਸਰੇ ਐਕਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਇੱਕ ਖਾਸ ਸਮੇਂ ਤੋਂ ਪਹਿਲਾਂ ਕੰਪਲੀਟ ਹੋ ਗਿਆ ਉਹ, ਤਾਂ ਉਸ ਨੂੰ ਆਪਾਂ ਪਾਸਟ ਪਰਫੈਕਟ ਟੈਂਸ ਦੇ ਵਿੱਚ ਡਿਸਕ੍ਰਾਈਬ ਕਰਦੇ ਹਾਂ। ਇਸ ਵਿੱਚ ਹੈਡ ਲੱਗਦਾ ਹੈ ਤੇ ਥਰਡ ਫਾਰਮ ਆਫ ਵਰਬ ਲੱਗਦੀ ਹੈ। ਵਰਬ ਦੀ ਥਰਡ ਫਾਰਮ ਤੇ ਹੈਡ। ਐਗਜ਼ਾਮਪਲਸ ਲੈਣੇ ਹਾਂ। ਮੈਂ ਜਾਂਚ ਤੋਂ ਪਹਿਲਾਂ ਆਪਣਾ ਕੰਮ ਪੂਰਾ ਕਰ ਲਿਆ ਸੀ। I had finished my work before inspection। ਇੰਸਪੈਕਸ਼ਨ ਤੋਂ ਪਹਿਲਾਂ ਫਿਨਿਸ਼ ਕਰ ਲਿਆ ਸੀ ਕੰਮ। had ਤੇ ਥਰਡ ਫਾਰਮ। ਉਸਨੇ ਵੀ ਆਪਣਾ ਕੰਮ ਪੂਰਾ ਕਰ ਲਿਆ ਸੀ। She had also finished the work। ਟ੍ਰੇਨ ਦੇ ਆਉਣ ਤੋਂ ਪਹਿਲਾਂ ਮੈਂ ਟਿਕਟ ਖਰੀਦ ਚੁੱਕਿਆ ਸੀ। I had purchased the tickets before the train arrived। had ਤੇ ਥਰਡ ਫਾਰਮ। ਪਰ ਜਿਹੜਾ ਰੈਫਰੈਂਸ ਪੁਆਇੰਟ ਲਿਆ ਹੈ ਉਸ ਨੂੰ ਆਪਾਂ ਪਾਸਟ ਇੰਡੈਫੀਨਿਟ ਵਿੱਚ ਸੈਕੰਡ ਫਾਰਮ ਲਾਉਂਦੇ ਹਾਂ। had ਤੇ ਥਰਡ ਫਾਰਮ। ਟ੍ਰੇਨ ਦੇ ਆਉਣ ਤੋਂ ਪਹਿਲਾਂ ਮੈਂ ਟਿਕਟ ਖਰੀਦ ਚੁੱਕਿਆ ਸੀ। I had purchased the tickets before the train arrived। ਪਰ ਉਸਨੇ ਟਿਕਟ ਨਹੀਂ ਖਰੀਦੀ ਸੀ। But he had not purchased the tickets। had ਦੇ ਨਾਲ not ਲਗਾਇਆ ਤਾਂ ਨੈਗੇਟਿਵ ਸੈਂਟੈਂਸ ਬਣ ਗਿਆ। ਕੀ ਉਹ ਖੇਡ ਦੇ ਮੈਦਾਨ ਵਿੱਚ ਜਾ ਚੁੱਕੇ ਸੀ? Had they gone to the playground। had ਸੈਂਟੈਂਸ ਦੇ ਸਟਾਰਟਿੰਗ ਵਿੱਚ ਆਇਆ ਤਾਂ ਕੁਐਸਚਨ ਬਣਿਆ। Past perfect continuous tense। The past perfect continuous tense is used to indicate that a continuing action in the past began before another past action began or interrupted the first action। ਕੋਈ ਵੀ ਕੰਮ ਜਿਹੜਾ ਹੈ, ਕੋਈ ਵੀ ਐਕਸ਼ਨ ਜਿਹੜਾ ਪਾਸਟ ਵਿੱਚ ਸ਼ੁਰੂ ਹੋਇਆ ਤੇ ਇੱਕ ਸਮੇਂ ਜੇ ਆਪਾਂ ਰੈਫਰੈਂਸ ਪੁਆਇੰਟ ਲਈਏ ਤਾਂ ਉਸ ਤੋਂ ਪਹਿਲਾਂ ਸ਼ੁਰੂ ਹੋਇਆ ਤੇ ਉਸ ਸਮੇਂ ਵੀ ਚੱਲ ਰਿਹਾ ਸੀ ਲਗਾਤਾਰ। ਪਾਸਟ ਵਿੱਚ ਸ਼ੁਰੂ ਹੋਇਆ ਇੱਕ ਸਮੇਂ ਤੋਂ ਪਹਿਲਾਂ ਤੇ ਉਸ ਸਮੇਂ ਵੀ ਚੱਲ ਰਿਹਾ ਸੀ। ਇੱਕ ਰੈਫਰੈਂਸ ਪੁਆਇੰਟ ਜੇ ਲੈ ਲਈਏ ਆਪਾਂ, ਇਸ ਦੇ ਵਿੱਚ had been ਤੇ ਵਰਬ ਦੀ ਫਰਸਟ ਫਾਰਮ ਦੇ ਨਾਲ ing ਤੇ for ਤੇ since ਲਾਵਾਂਗੇ ਉਸੇ ਰੂਲ ਦੇ ਹਿਸਾਬ ਨਾਲ। since ਜਦੋਂ ਸਟਾਰਟਿੰਗ ਪੁਆਇੰਟ ਦਿੱਤਾ ਹੋਵੇ, for ਜਦੋਂ ਟਾਈਮ ਪੀਰੀਅਡ ਦਿੱਤਾ ਹੋਵੇ। When time period is given, use for। When starting point is given, use since। Examples ਲੈਣੇ ਹਾਂ। ਜਦੋਂ ਉਹ ਆਇਆ ਤਾਂ ਮੈਂ 1 ਘੰਟੇ ਤੋਂ ਕ੍ਰਿਕਟ ਖੇਡ ਰਿਹਾ ਸੀ। I had been playing cricket for 1 hour when he arrived। ਇੱਕ ਰੈਫਰੈਂਸ ਪੁਆਇੰਟ ਲਿਆ ਜਦੋਂ ਉਹ ਆਇਆ, when he arrived। I had been playing cricket for 1 hour। ਉਹ ਮੇਰੇ ਨਾਲ ਨਹੀਂ ਖੇਡ ਰਿਹਾ ਸੀ। He had not been playing with me। had been ਤੇ ing, had not been ਤੇ ing ਨੈਗੇਟਿਵ ਸੈਂਟੈਂਸ ਦੇ ਵਿੱਚ। ਜਦੋਂ ਉਸਨੇ ਚੈੱਕ ਇਨ ਕੀਤਾ, ਮੈਂ ਸੋਮਵਾਰ ਤੋਂ ਉਸ ਹੋਟਲ ਵਿੱਚ ਠਹਿਰਿਆ ਹੋਇਆ ਸੀ। I had been staying in that hotel since Monday when he checked in। since Monday ਕਿਉਂਕਿ ਸਟਾਰਟਿੰਗ ਪੁਆਇੰਟ ਦਿੱਤਾ ਹੈ, for 1 hour ਕਿਉਂਕਿ ਟਾਈਮ ਪੀਰੀਅਡ ਦਿੱਤਾ ਹੈ।
ਹੁਣ ਜੇ ਆਪਾਂ ਕਹਾਂਗੇ ਪਿਛਲੇ 2 ਦਿਨ ਤੋਂ ਤਾਂ for last 2 days 3 o'clock ਕਹਾਂਗੇ 3 ਵਜੇ ਤੋਂ ਤਾਂ since 3 o'clock ਤੇ ਜੇ 3 ਘੰਟੇ ਤੋਂ ਕਹਾਂਗੇ ਤਾਂ for 3 hours since 1999 ਜੇ 5 ਸਾਲ ਤੋਂ ਕਹਾਂਗੇ ਤਾਂ for 5 years starting point ਤੇ time period future tense expresses an action or situation that will occur in the future ਕੋਈ ਵੀ ਐਕਸ਼ਨ ਜਾਂ ਸਿਚੁਏਸ਼ਨ ਜਿਹੜਾ ਕਿ ਆਉਣ ਵਾਲੇ ਸਮੇਂ ਵਿੱਚ ਹੋਏਗਾ ਉਸ ਨੂੰ ਆਪਾਂ ਫਿਊਚਰ ਟੈਂਸ ਦੇ ਵਿੱਚ ਐਕਸਪ੍ਰੈਸ ਕਰਦੇ ਹਾਂ ਫਿਊਚਰ ਟੈਂਸ ਨੂੰ ਵੀ 4 ਭਾਗਾਂ ਵਿੱਚ ਵੰਡਿਆ ਗਿਆ ਹੈ ਫਿਊਚਰ ਇੰਡੈਫਿਨਿਟ ਟੈਂਸ ਫਿਊਚਰ ਕੰਟੀਨਿਊਅਸ ਟੈਂਸ ਫਿਊਚਰ ਪਰਫੈਕਟ ਟੈਂਸ ਤੇ ਫਿਊਚਰ ਪਰਫੈਕਟ ਕੰਟੀਨਿਊਅਸ ਟੈਂਸ ਫਿਊਚਰ ਇੰਡੈਫਿਨਿਟ the simple future is used to refer to actions that will take place after the act of speaking or writing ਜਦੋਂ ਹੁਣ ਅਸੀਂ ਗੱਲ ਕਰ ਰਹੇ ਹਾਂ ਜਾਂ ਲਿਖ ਰਹੇ ਹਾਂ ਤਾਂ ਇਸ ਟਾਈਮ ਤੋਂ ਬਾਅਦ ਜਿਹੜੇ ਕੰਮ ਹੋਣਗੇ ਕੋਈ ਵੀ ਐਕਸ਼ਨ ਤਾਂ ਉਹਨਾਂ ਨੂੰ ਆਪਾਂ ਫਿਊਚਰ ਟੈਂਸ ਦੇ ਵਿੱਚ ਐਕਸਪ੍ਰੈਸ ਕਰਾਂਗੇ ਇਸ ਦੇ ਵਿੱਚ will shall ਤੇ ਫਸਟ ਫਾਰਮ ਆਫ ਵਰਬ ਲੱਗਦੀ ਹੈ shall ਆਪਾਂ ਲਾਉਂਦੇ ਹਾਂ I ਤੇ V ਨਾਲ ਜਦੋਂ ਸਰਟਨ ਨਾ ਹੋਵੇ ਯਕੀਨ ਨਾ ਹੋਵੇ ਪੂਰਾ ਤਾਂ IV ਨਾਲ shall ਲੱਗਦਾ ਹੈ ਨਾਰਮਲੀ ਪਰ ਜੇ ਪੱਕਾ ਯਕੀਨ ਹੋਵੇ ਤਾਂ IV ਨਾਲ ਵੀ ਆਪਾਂ will ਲਾ ਦਿੰਦੇ ਹਾਂ ਬਾਕੀ ਸਭ ਨਾਲ ਤਾਂ will ਲੱਗਦਾ ਹੀ ਹੈ ਫॉर एग्जांपल ਮੈਂ ਕੱਲ ਇੱਕ ਮੈਚ ਖੇਡਾਂਗਾ I shall play a match tomorrow ਉਹ ਮੇਰੇ ਨਾਲ ਨਹੀਂ ਖੇਡੇਗਾ he will not play with me shall will ਤੇ ਫਸਟ ਫਾਰਮ ਕੀ ਤੁਸੀਂ ਮੇਰੇ ਨਾਲ ਖੇਡੋਗੇ will you play with me will ਪਹਿਲਾਂ ਆ ਗਿਆ ਤਾਂ ਕੁਐਸਚਨ ਬਣ ਗਿਆ will ਦੇ ਨਾਲ not ਲਗਾ ਦਿੱਤਾ ਤਾਂ ਨੈਗੇਟਿਵ ਸੈਂਟੈਂਸ ਐਗਜ਼ਾਮਪਲਸ ਮੈਂ ਇੱਕ ਪੱਤਰ ਲਿਖਾਂਗਾ I shall write a letter ਉਹ ਇੱਕ ਪੱਤਰ ਲਿਖੇਗਾ he will write a letter ਅਸੀਂ ਉਸ ਦੇ ਪੱਤਰ ਦਾ ਜਵਾਬ ਨਹੀਂ ਦੇਵਾਂਗੇ we shall not reply his letter ਉਹ ਕੱਲ ਤੱਕ ਆਪਣਾ ਕੰਮ ਪੂਰਾ ਨਹੀਂ ਕਰਨਗੇ they will not finish their work by tomorrow ਕੀ ਤੁਸੀਂ ਕੱਲ ਸਾਡੇ ਨਾਲ ਖੇਡੋਗੇ will you play with us tomorrow ਕੀ ਤੁਸੀਂ ਛੁੱਟੀਆਂ ਦੌਰਾਨ ਸਾਡੇ ਨਾਲ ਰੁਕੋਗੇ will you stay with us during vacation ਕੀ ਅਗਲੇ ਹਫਤੇ ਅਸੀਂ ਉਸ ਦੇ ਨਾਲ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਵਾਂਗੇ shall we join him in his protest next week will shall ਤੇ first form future continuous tense The future continuous tense is used to describe actions ongoing in the future. The future progressive is used to refer to continuing action that would occur in the future. Future ਵਿੱਚ ਜਿਹੜੇ ਲਗਾਤਾਰ ਕੰਮ ਹੋਣਗੇ continuing ongoing actions ਲਗਾਤਾਰ ਚੱਲ ਰਹੇ ਹੋਣਗੇ ਉਹਨਾਂ ਨੂੰ ਆਪਾਂ future continuous ਦੇ ਵਿੱਚ describe ਕਰਾਂਗੇ ਇਸ ਦੇ ਵਿੱਚ shall be ਤੇ will be ਨਾਲ first form ਲੱਗੇਗੀ verb ਦੀ ਨਾਲ ing verb ਦੀ first form ਦੇ ਨਾਲ ing shall be ਤੇ will be examples ਮੈਂ ਉਸ ਦੇ ਨਾਲ ਅਗਲੀ ਗੇਮ ਵਿੱਚ ਖੇਡ ਰਿਹਾ ਹੋਵਾਂਗਾ I shall be playing with him in the next game ਕੱਲ ਨੂੰ ਉਹ ਇਸ ਸਮੇਂ ਤੁਹਾਡੇ ਨਾਲ ਖੇਡ ਰਹੀ ਹੋਵੇਗੀ she will be playing with you at this time tomorrow for examples ਕੱਲ ਨੂੰ ਇਸ ਸਮੇਂ ਮੈਂ ਸਾਲਾਨਾ ਸਮਾਰੋਹ ਵਿੱਚ ਇੱਕ ਗੀਤ ਗਾ ਰਿਹਾ ਹੋਵਾਂਗਾ I shall be singing a song in the annual function by this time tomorrow shall be will be ਤੇ ing ਉਹ ਅਗਲੀ ਗੇਮ ਵਿੱਚ ਸਾਡੇ ਨਾਲ ਨਹੀਂ ਖੇਡ ਰਿਹਾ ਹੋਵੇਗਾ he will not be playing with us in next game ਕੀ ਉਹ ਵੀ ਇਹੀ ਗੇਮ ਖੇਡ ਰਹੇ ਹੋਣਗੇ will they also be playing the same game ਕੀ ਤੁਸੀਂ ਕੱਲ ਸਾਡੇ ਨਾਲ ਖੇਡ ਰਹੇ ਹੋਵੋਗੇ will you be playing with us tomorrow will shall ing ਨਹੀਂ ਮੈਂ ਉਸ ਸਮੇਂ ਕੰਮ ਕਰ ਰਿਹਾ ਹੋਵਾਂਗਾ no I shall be working at that time future perfect tense the future perfect is used to refer to an action that will be completed sometime in the future before another action takes place ਫਿਊਚਰ ਵਿੱਚ ਜੇ ਕੋਈ ਰੈਫਰੈਂਸ ਪੁਆਇੰਟ ਲਈਏ ਤਾਂ ਉਸ ਸਮੇਂ ਜਿਹੜਾ ਐਕਸ਼ਨ ਕੰਪਲੀਟ ਹੋ ਜਾਏਗਾ ਕੰਪਲੀਟ ਹੋ ਚੁੱਕਿਆ ਹੋਵੇਗਾ ਤਾਂ ਉਸ ਨੂੰ ਫਿਊਚਰ ਪਰਫੈਕਟ ਵਿੱਚ ਆਪਾਂ ਰੈਫਰ ਕਰਾਂਗੇ ਕੋਈ ਵੀ ਐਕਸ਼ਨ ਜਿਹੜਾ ਫਿਊਚਰ ਵਿੱਚ ਇੱਕ ਸਮੇਂ ਤੇ ਕੰਪਲੀਟ ਹੋ ਚੁੱਕਿਆ ਹੋਵੇਗਾ
shall have, will have ਤੇ third form of verb. Examples देखते हैं. I shall have played 2 games before next Sunday. ਅਗਲੇ ਐਤਵਾਰ ਤੋਂ ਪਹਿਲਾਂ 2 ਗੇਮਾਂ ਖੇਡ ਚੁੱਕਿਆ ਹੋਵਾਂਗਾ. ਉਹ ਇਸ ਤੋਂ ਵੀ ਜ਼ਿਆਦਾ ਖੇਡ ਚੁੱਕਿਆ ਹੋਵੇਗਾ. He will have played more than that. Will have, shall have ਤੇ third form. ਮੈਂ ਟ੍ਰੇਨ ਦੇ ਆਉਣ ਤੋਂ ਪਹਿਲਾਂ ਟਿਕਟ ਖਰੀਦ ਲਈ ਹੋਵੇਗੀ. I shall have purchased the ticket before the arrival of the train. Shall have ਤੇ third form. ਉਸਨੇ ਅਜਿਹਾ ਨਹੀਂ ਕੀਤਾ ਹੋਵੇਗਾ. He will not have done so. ਕੀ ਤੁਸੀਂ ਸਾਡੇ ਪਹੁੰਚਣ ਤੋਂ ਪਹਿਲਾਂ ਚਲੇ ਗਏ ਹੋਵੋਗੇ? Will you have gone before we reach there? Will have third form. will ਪਹਿਲਾਂ ਆ ਗਿਆ ਤਾਂ ਕੁਐਸਚਨ ਬਣ ਗਿਆ. will ਦੇ ਨਾਲ not ਲਗਾ ਦਿੱਤਾ ਤਾਂ ਨੈਗੇਟਿਵ ਬਣ ਗਿਆ. ਤੇ ਜਿਹੜਾ ਇੱਕ ਰੈਫਰੈਂਸ ਪੁਆਇੰਟ ਲੈਣੇ ਆਪਾਂ ਤਾਂ ਉਸ ਦੇ ਵਿੱਚ ਆਪਾਂ ਫਰਸਟ ਫਾਰਮ ਯੂਜ਼ ਕਰ ਰਹੇ ਹਾਂ. ਜਦੋਂ ਤੱਕ ਤੁਸੀਂ ਆਓਗੇ ਮੈਂ ਆਪਣਾ ਪਾਠ ਪੂਰਾ ਕਰ ਲਿਆ ਹੋਵੇਗਾ. by the time you arrive I shall have finished my lesson. ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਰੁਕ ਚੁੱਕਿਆ ਹੋਵੇਗਾ. It will have stopped raining before the match starts. Will have the third form. It will have stopped raining before the match starts. First form, reference point de vaste. Future perfect continuous tense. The future perfect continuous tense is used to indicate a continuing action that will be completed at some specified time in the future. Future perfect continuous tense ਉਸ ਕੰਟੀਨਿਊਇੰਗ ਐਕਸ਼ਨ ਜਿਹੜਾ ਲਗਾਤਾਰ ਚੱਲ ਰਿਹਾ ਹੋਵੇਗਾ. ਇੱਕ ਫਿਊਚਰ ਵਿੱਚ ਜੇ ਰੈਫਰੈਂਸ ਪੁਆਇੰਟ ਲਈਏ ਤਾਂ ਉਸ ਤੋਂ ਪਹਿਲਾਂ ਕੰਮ ਸ਼ੁਰੂ ਹੋਇਆ ਹੋਵੇਗਾ ਤੇ ਉਸ ਟਾਈਮ ਵੀ ਲਗਾਤਾਰ ਚੱਲ ਰਿਹਾ ਹੋਵੇਗਾ. ਤਾਂ ਉਸ ਨੂੰ ਆਪਾਂ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ ਦੇ ਵਿੱਚ ਡਿਸਕ੍ਰਾਈਬ ਕਰਾਂਗੇ. shall have been, will have been ਤੇ ਫਸਟ ਫਾਰਮ ਆਫ ਵਰਬ ਦੇ ਨਾਲ ing. I shall have been playing for 1 hour when he arrives to watch it. ਜਦੋਂ ਦੇਖਣ ਆਏਗਾ ਤਾਂ ਮੈਂ 1 ਘੰਟੇ ਤੋਂ ਖੇਡ ਰਿਹਾ ਹੋਵਾਂਗਾ. I shall have been playing for 1 hour when he arrives to watch it. ਇੱਕ ਰੈਫਰੈਂਸ ਪੁਆਇੰਟ ਲਿਆ when he arrives to watch it. ਤਾਂ ਉਦੋਂ ਕੀ ਹੋਏਗਾ? I shall have been playing for 1 hour. ਮੈਂ 1 ਘੰਟੇ ਤੋਂ ਖੇਡ ਰਿਹਾ ਹੋਵਾਂਗਾ. shall have, will have ਤੇ ing. shall have been, will have been ਤੇ ing. ਜਦੋਂ ਉਹ ਰਿਟਾਇਰ ਹੋਵੇਗੀ ਤਾਂ ਉਹ 10 ਸਾਲ ਤੋਂ ਉਸੇ ਥਾਂ ਤੇ ਰਹਿ ਰਹੀ ਹੋਵੇਗੀ. She will have been staying at the same place for 10 years when she retires. Reference point ਲਿਆ when she retires. ਤਾਂ ਉਹ she will have been staying at the same place for 10 years. ਤੇ ਸੀ future perfect continuous tense. ਇਹ ਸੀ tenses in English grammar. ਉਮੀਦ ਹੈ ਤੁਹਾਨੂੰ ਅੱਛੀ ਤਰ੍ਹਾਂ ਸਮਝ ਆਏ ਹੋਣਗੇ ਤੇ ਜੇ ਚੰਗਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਬਾਕੀ ਵੀਡੀਓਜ਼ ਲਈ ਸਾਡੇ ਚੈਨਲ ਹੰਸ ਕੋਚਿੰਗ ਨੂੰ ਸਬਸਕ੍ਰਾਈਬ ਕਰੋ. ਥੈਂਕ ਯੂ ਫॉर ਵਾਚਿੰਗ.